ਗੁੱਡ ਆਫਟਰਨੂਨ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਡੀਸੈਂਟਰਲਾਈਜੇਸ਼ਨ ਆਫ ਕਰਿਕੂਲਮ ਡਿਵੈਲਪਮੈਂਟ ਐਂਡ ਨੈਸ਼ਨਲ ਪ੍ਰੈਕਟਿਸ। ਤਾਂ ਆਪਾਂ ਹੁਣ ਤੱਕ ਕੀਤਾ ਕਿ ਕਰਿਕੂਲਮ ਹੁੰਦਾ ਕੀ ਹੈ। ਕਰਿਕੂਲਮ ਉਹ ਹੁੰਦਾ ਹੈ ਜਿਸ ਦੇ ਵਿੱਚ ਤੁਹਾਡਾ ਸਿਲੇਬਸ ਅਤੇ ਤੁਹਾਡੀ ਆਲ ਰਾਊਂਡ ਡਿਵੈਲਪਮੈਂਟ ਲਈ ਜੋ ਵੀ ਕੋਈ ਕੋ ਕਰਿਕੂਲਰ ਐਕਟੀਵਿਟੀ ਹੈ ਉਹ ਉਸ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਜਾਂਦੀ ਹੈ ਤਾਂ ਕਿ ਤੁਹਾਡਾ ਵਿਕਾਸ ਹੈ ਜਿਹੜਾ ਉਹ ਵਧੀਆ ਤਰੀਕੇ ਨਾਲ ਹੋ ਸਕੇ। ਤਾਂ ਤੁਹਾਡਾ ਜਿਹੜਾ ਸਿਲੇਬਸ ਹੈ ਤਾਂ ਉਸ ਨੂੰ ਅਸੀਂ ਵਿਦਵਾਨਾਂ ਦੁਆਰਾ ਦੋ ਵਰਗਾਂ ਦੇ ਵਿੱਚ ਵੰਡਿਆ ਹੋਇਆ। ਇੱਕ ਹੈ ਸੈਂਟਰਲਾਈਜੇਸ਼ਨ ਅਤੇ ਸੈਕਿੰਡ ਹੈ ਡੀਸੈਂਟਰਲਾਈਜੇਸ਼ਨ, ਭਾਵ ਕੇਂਦਰੀਕਤ ਅਤੇ ਵਿਕੇਂਦਰੀਕਤ। ਤਾਂ ਜਿਹੜੀ ਸੈਂਟਰਲਾਈਜੇਸ਼ਨ ਜਿਹੜਾ ਕਰਿਕੂਲਮ ਡਿਜ਼ਾਈਨ ਹੈ ਉਹ ਕੀ ਇੱਕ ਐਟੋਕ੍ਰੇਟਿਵ ਮਤਲਬ ਕਿ ਉਹਦੇ ਵਿੱਚ ਨੀਤੀ ਹੈ ਉਹ ਸ਼ਾਮਲ ਹੁੰਦੀ ਹੈ ਕਿ ਇਸ ਦੇ ਵਿੱਚ ਕੇਂਦਰੀ ਰਾਜ ਸਰਕਾਰਾਂ ਨੇ ਜਿਹੜੀਆਂ ਉਹਨਾਂ ਦੁਆਰਾ ਜਿਹੜਾ ਸਿਲੇਬਸ ਹੈ ਉਹ ਬਣਾਇਆ ਜਾਂਦਾ ਹੈ। ਉਹਨਾਂ ਦੁਆਰਾ ਹੀ ਉਸ ਸਿਲੇਬਸ ਦੇ ਵਿੱਚ ਟੀਚਿੰਗ ਮੈਥਡ ਜਾਂ ਕਿਹੋ ਜਿਹਾ ਇਵੈਲੂਏਸ਼ਨ ਸਿਸਟਮ ਹੈ ਉਸ ਨੂੰ ਐਜੂਕੇਸ਼ਨ ਪੋਲਿਸੀ ਦੇ ਆਧਾਰ 'ਤੇ ਉਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਭਾਵ ਕਿ ਉਸ ਦੇ ਵਿੱਚ ਤੁਹਾਡੀ ਟੀਚਰਸ ਜਾਂ ਸਟੂਡੈਂਟਸ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਲੋੜਾਂ ਨੇ ਉਹਨਾਂ ਨੂੰ ਕੁਛ ਹੱਦ ਤੱਕ ਇਗਨੋਰ ਹੈ ਜਿਹੜਾ ਉਹ ਕੀਤਾ ਜਾਂਦਾ ਹੈ। ਭਾਵ ਕਿ ਇਸ ਦੇ ਵਿੱਚ ਸੈਂਟਰਲਾਈਜੇਸ਼ਨ ਦੇ ਵਿੱਚ ਕਿਸੇ ਇੱਕ ਅਦਾਰੇ ਦਾ ਕਿਸੇ ਇੱਕ ਸੰਸਥਾ ਦਾ ਜਿਹੜਾ ਉਸ ਦੇ ਉੱਤੇ ਕਰਿਕੂਲਮ ਬਣਾਉਣ ਦੇ ਉੱਤੇ ਜਿਹੜਾ ਅਧਿਕਾਰ ਹੈ ਉਹ ਹੁੰਦਾ ਹੈ। ਜਿਵੇਂ ਸਾਡੀ ਐਜੂਕੇਸ਼ਨ ਪੋਲਿਸੀ ਹੈ ਜਿਹੜੀ ਉਹ ਆਉਂਦੀ ਹੈ ਤਾਂ NCERT ਦੇ ਅੰਡਰ ਜਿਹੜਾ ਤੁਹਾਡਾ ਸਿਲੇਬਸ ਹੈ 6th ਤੋਂ ਲੈ ਕੇ 12th ਕਲਾਸ ਤੱਕ ਦਾ ਜਿਹੜਾ ਤੁਹਾਡਾ ਸਿਲੇਬਸ ਉਹ NCERT ਦੀ ਜਿਹੜੀ ਨੀਤੀ ਹੈ ਉਸ ਦੇ ਅਕੋਰਡਿੰਗ ਹੁੰਦਾ ਹੈ ਕਿ ਇਸ ਦੇ ਵਿੱਚ ਕਿੰਨੇ ਚੈਪਟਰ ਨੇ, ਇਸ ਦਾ ਕੀ ਸਿਲੇਬਸ ਹੈ, ਕੀ ਇਸ ਦਾ ਵਿਸ਼ਾ ਵਸਤੂ ਹੈ, ਕਿਹੜੇ ਇਸ ਦੇ ਟੀਚਿੰਗ ਮੈਥਡਸ ਨੇ ਜਾਂ ਇਸ ਦਾ ਇਵੈਲੂਏਸ਼ਨ ਸਿਸਟਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ। ਤਾਂ ਜਿਹੜਾ ਆਪਣੇ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ ਉਹ ਸ਼ਾਮਲ ਕੀਤਾ ਗਿਆ ਡੀਸੈਂਟਰਲਾਈਜੇਸ਼ਨ ਕਿ ਵਿਕੇਂਦਰੀਕਤ ਜਿਹੜਾ ਕਰਿਕੂਲਮ ਦਾ ਡਿਜ਼ਾਈਨ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਤਾਂ ਆਪਾਂ ਉਹ ਕਰਦੇ ਹਾਂ ਦਾ ਡੀਸੈਂਟਰਲਾਈਜੇਸ਼ਨ ਕਰਿਕੂਲਮ। ਤਾਂ ਹਡਸਨ ਜਿਹੜਾ ਵਿਦਵਾਨ ਹੈ ਉਹ ਕਹਿੰਦਾ ਕਿ ਵਿਕੇਂਦਰੀਕਰਨ ਨੂੰ ਨਿਰਣਾਕਾਰੀ ਅਧਿਕਾਰ, ਜ਼ਿੰਮੇਦਾਰੀ ਅਤੇ ਕਾਰਜਾਂ ਦੇ ਉਪਰਾਲੇ ਤੋਂ ਹੇਠਲੇ ਸੰਸਥਾਈ ਪੱਧਰਾਂ ਵੱਲ ਜਾਂ ਸੰਸਥਾਨਾਂ ਦੇ ਦਰਮਿਆਨ ਕੀਤੇ ਜਾਣ ਵਾਲੇ ਤਬਾਦਲੇ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਜਦ ਕਿ ਸੈਂਟਰਲਾਈਜੇਸ਼ਨ ਦੇ ਵਿੱਚ ਕੀ ਹੈ ਕਿ ਜਿਹੜੀਆਂ ਨੀਤੀਆਂ ਨੇ ਉਹ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਵੀ ਮਤਲਬ ਕਿ ਪਲੈਨਿੰਗ ਹੈ, ਕੋਈ ਵੀ ਪੋਲਿਸੀ ਹੈ ਉਹ ਹਾਈ ਲੈਵਲ ਜਿਹੜੀ ਅਥੋਰਟੀ ਤੋਂ ਹੈ ਉਹ ਨੀਚੇ ਤੱਕ ਮਤਲਬ ਕਿ ਉਸ ਦਾ ਪੱਧਰ ਹੈ ਜਿਹੜਾ ਉਹ ਹੁੰਦਾ। ਪਰ ਇਸ ਦੇ ਵਿੱਚ ਕੀ ਹੈ ਉੱਪਰਲੇ ਤੋਂ ਹੇਠਲੇ ਸੰਸਥਾਈ ਪੱਧਰਾਂ ਬਾਰੇ ਸੰਸਥਾਨਾਂ ਦੇ ਦਰਮਿਆਨ ਕੀਤੇ ਜਾਣ ਵਾਲੇ ਤਬਾਦਲੇ। ਤਾਂ ਜਿਹੜਾ ਇਹ ਡੀਸੈਂਟਰਲਾਈਜੇਸ਼ਨ ਹੈ ਇਸ ਦੇ ਵਿੱਚ ਕੀ ਹੈ ਪੋਲਿਸੀਜ਼, ਸਰੋਤ ਅਤੇ ਸਮਰਥਾਂ ਨੂੰ ਰਾਜ ਦੇ ਹੇਠਲੇ ਪੱਧਰ ਦੇ ਪ੍ਰਸ਼ਾਸਨ ਵਿੱਚ ਬਦਲ ਦਿੱਤਾ ਜਾਵੇ। ਸਿੱਖਿਆ ਦੇ ਖੇਤਰ ਵਿੱਚ ਮੰਤਵ ਨਿਰਣੇ ਜਾਂ ਮੁੱਦੇ ਹੋ ਸਕਦੇ ਨੇ ਜਿਵੇਂ ਸਿੱਖਿਆ ਲਈ ਧਨ, ਮਨੁੱਖੀ ਸਰੋਤ, ਸੰਕੁਲ ਸੰਗਠਨ, ਪਾਠਕ੍ਰਮ ਬਾਰੇ ਨਿਰਣਾਦ, ਇਸ ਬਾਰੇ ਨਿਰਣਿਆਂ ਬਾਰੇ ਵਿਸ਼ੇ, ਵਿਸ਼ਾ ਵਸਤੂ, ਪਾਠ ਪੁਸਤਕਾਂ ਦੀ ਸੁਵਿਧਾ, ਭਾਸ਼ਾ ਅਧਿਆਪਨ ਵਿਧੀਆਂ, ਅਧਿਆਪਕਾਂ ਦਾ ਮੁਲਾਂਕਣ ਸ਼ਾਮਲ ਹੈ। ਤਾਂ ਕਹਿਣ ਦਾ ਭਾਵ ਕੀ ਹੈ ਕਿ ਇਸ ਡੀਸੈਂਟਰਲਾਈਜੇਸ਼ਨ ਸਿਸਟਮ ਦੇ ਵਿੱਚ ਜਿਹੜਾ ਤਾਂ ਇਸ ਦਾ ਸਥਾਨਕ ਪੱਧਰ ਦੇ ਉੱਤੇ ਭਾਵ ਕਿ ਸਮਾਜ ਦੀਆਂ ਕੀ ਨੀਡਸ ਨੇ, ਸਟੂਡੈਂਟਸ ਦੀਆਂ ਕੀ ਨੀਡਸ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਸਿਲੇਬਸ ਹੈ ਉਹ ਬਣਾ ਲਿਆ ਜਾਂਦਾ ਹੈ ਅਤੇ ਕਿਵੇਂ ਦੀਆਂ ਜਿਹੜੇ ਟੀਚਿੰਗ ਮੈਥਡ ਨੇ ਜਾਂ ਕਿਵੇਂ ਦਾ ਇਵੈਲੂਏਸ਼ਨ ਸਿਸਟਮ ਹੈ ਜਿਹੜਾ ਉਹ ਸੁਸਾਇਟੀ ਦੇ ਵਿੱਚ ਵਧੀਆ ਹੈ ਤਾਂ ਉਸ ਆਧਾਰ 'ਤੇ ਜਿਹੜਾ ਕਰਿਕੂਲਮ ਦਾ ਜਿਹੜਾ ਡਿਜ਼ਾਈਨ ਹੈ ਉਹ ਤਿਆਰ ਕਰ ਲਿਆ ਜਾਂਦਾ ਹੈ। ਜਦ ਕਿ ਸੈਂਟਰਲਾਈਜੇਸ਼ਨ ਦੇ ਵਿੱਚ ਜਿਹੜੀਆਂ ਨੀਤੀਆਂ ਨੇ ਉਹ ਨੈਸ਼ਨਲ ਲੈਵਲ 'ਤੇ ਹੀ ਬਣਾਈਆਂ ਜਾਂਦੀਆਂ ਨੇ। ਤਾਂ ਆਪਾਂ ਇਸ ਕਰਦੇ ਹਾਂ ਕਿ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਨੇ। ਤਾਂ ਵਿਕੇਂਦਰੀਕਤ ਪਾਠ ਵਿਵਸਥਾ ਵਿੱਚ ਪਾਠਕ੍ਰਮ ਨੂੰ ਰੂਪ ਰੇਖਾ ਦੇਣ ਵਿੱਚ
ਸੁਧਾਰ ਪਰਿਵਰਤਨ ਕਰਨ ਦਾ ਅਤੇ ਨਿਵੇਸ਼ ਕਰਨ ਦੇ ਤੌਰ 'ਤੇ ਮੁੱਢਲਾ ਪੁਰਾਤਨ ਜਿਹੜਾ ਉਪਰਾਲਾ ਹੈ ਉਹ ਸਥਾਨਕ ਸਮੁਦਾਇ ਕਰਦੇ ਨੇ, ਭਾਵ ਕਿ ਜੇ ਉਸ ਦੇ ਵਿੱਚ ਕੋਈ ਚੇਂਜ ਕਰਨਾ ਹੈ ਤਾਂ ਜਿਹੜੀਆਂ ਸਥਾਨਕ ਭਾਵ ਕਿ ਸਕੂਲ ਦਾ ਮਤਲਬ ਕਿ ਵਿਸ਼ੇਸ਼ ਸਟਾਫ ਐਕਸਪਰਟ ਜਿਹੜੇ ਮੈਂਬਰ ਨੇ ਉਹ ਕਰ ਸਕਦੇ ਨੇ। ਤਾਂ ਇਸ ਤਰ੍ਹਾਂ ਤਾਂ ਨੈਕਸਟ ਹੈ, ਬੇਸ਼ੱਕ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾਇਆ ਜਾਣ ਵਾਲਾ ਵਿਸ਼ਾ ਸਮਾਨ ਹੁੰਦਾ ਹੈ ਪਰ ਇਸ ਦੀ ਸਮੱਗਰੀ ਵੱਖ-ਵੱਖ ਸਕੂਲਾਂ ਵਿੱਚ ਵੱਖ-ਵੱਖ ਹੁੰਦੀ ਹੈ, ਹੈ ਨਾ। ਜੋ ਤੁਸੀਂ ਹੁਣ ਛੋਟੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਬੁੱਕਸ ਪੜ੍ਹੋ, ਹੈ ਨਾ, ਤਾਂ ਉਹਨਾਂ ਦੇ ਵਿੱਚ ਕੀ ਹੈ ਕਿ ਹੋ ਸਕਦਾ ਉਹਦੇ ਵਿੱਚ ਇੰਗਲਿਸ਼, ਪੰਜਾਬੀ, ਹਿੰਦੀ ਸੇਮ ਹੋਊਗੀ ਪਰ ਕਿ ਉਹਦੇ ਵਿੱਚ ਜਿਹੜਾ ਵਿਸ਼ਾ ਸਮੱਗਰੀ ਹੁੰਦੀ ਹੈ ਉਹ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਆ। ਤਾਂ ਇਸ ਤਰ੍ਹਾਂ ਮਤਲਬ ਕਿ ਸਕੂਲ ਨੇ ਜਿਹੜੇ ਉਹ ਆਪਣੇ ਪੱਧਰ 'ਤੇ ਜਿਹੜਾ ਇਹ ਪਾਠਕ੍ਰਮ ਹੈ ਵਿਕੇਂਦਰੀ ਸਿਸਟਮ ਦੇ ਵਿੱਚ ਬਣਾਉਂਦੇ ਨੇ। ਤਾਂ ਨੈਕਸਟ ਹੈ, ਵੱਖ-ਵੱਖ ਥਾਵਾਂ 'ਤੇ ਮੁਲਾਂਕਣ ਅਤੇ ਅੰਕਲਨ ਵਿੱਚ ਵੱਖਰਤਾ, ਭਾਵ ਕਿ ਜਿਹੜੀ ਤੁਹਾਡਾ ਇਵੈਲੂਏਸ਼ਨ ਸਿਸਟਮ ਹੈ ਉਸ ਦੇ ਵਿੱਚ ਜਿਹੜੀ ਵੱਖਰਤਾ ਹੈ ਉਹ ਮਤਲਬ ਕਿ ਪਾਈ ਜਾਂਦੀ ਹੈ। ਅਤੇ ਇੱਥੇ ਅਧਿਆਪਕ, ਮਾਪਿਆਂ ਅਤੇ ਸਮੁਦਾਇ ਦੇ ਸਮੂਹਾਂ ਦੇ ਹਿੱਤਾਂ ਵਿੱਚ ਨੇੜਲਾ ਸਹਿਯੋਗ ਹੁੰਦਾ ਅਤੇ ਇਹ ਨਿਰਣਾ ਉਹੀ ਲੈਂਦੇ ਨੇ ਕਿ ਕਿਸ ਤਰ੍ਹਾਂ ਦੀ ਜਿਹੜੀ ਸਮੱਗਰੀ ਹੈ ਉਹ ਪਾਠਕ੍ਰਮ ਦੇ ਵਿੱਚ ਸ਼ਾਮਲ ਕੀਤੀ ਜਾਣੀ ਹੈ। ਤਾਂ ਨੈਕਸਟ ਹੈ, ਸਮੁੱਚੀ ਅਧਿਆਪਨ ਅਤੇ ਸਿੱਖਿਆ ਸਮੱਗਰੀ ਜਿਵੇਂ ਕਿ ਸਿਲੇਬਸ, ਉਹਨਾਂ ਦਾ ਇਵੈਲੂਏਸ਼ਨ ਸਿਸਟਮ ਅਤੇ ਬੁੱਕਸ ਦਾ ਉਤਪਾਦਨ ਹੈ ਜਿਹੜਾ ਉਹ ਸਥਾਨਕ ਤੌਰ 'ਤੇ ਕੀਤਾ ਜਾਂਦਾ ਹੈ। ਵਿਕੇਂਦਰੀਕ੍ਰਿਤ ਪਾਠਕ੍ਰਮ ਨੂੰ ਅਮਲ ਦੇ ਵਿੱਚ ਲਿਆਉਣ ਦਾ ਕੰਮ ਆਸਾਨ ਅਤੇ ਤੇਜ਼ ਹੋ ਜਾਂਦਾ ਹੈ ਕਿਉਂਕਿ ਇੱਥੇ ਅਫਸਰਸ਼ਾਹੀ ਦੀ ਬਹੁਤੀ ਜਿਹੜੀ ਦਖਲਅੰਦਾਜ਼ੀ ਹੈ ਉਹ ਨਹੀਂ ਹੁੰਦੀ। ਤਾਂ ਆਪਾਂ ਇਹਦੇ ਕੁਛ ਐਡਵਾਂਟੇਜ ਅਤੇ ਕੁਛ ਆਪਾਂ ਡਿਸਐਡਵਾਂਟੇਜ ਜਿਹੜੀ ਉਹ ਪੜ੍ਹਾਂਗੇ ਕਿ ਇਸ ਡੀਸੈਂਟਰਲਾਈਜੇਸ਼ਨ ਜਿਹੜਾ ਕਰੀਕੁਲਮ ਹੈ ਉਸ ਦਾ ਕੀ ਲਾਭ ਹੈ ਅਤੇ ਕੀ ਹਾਨੀਆਂ ਨੇ। ਤਾਂ ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਵੀ ਇਹ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ, ਤਾਂ ਕਰਕੇ ਉਹਨਾਂ ਲੋਕਾਂ ਨੂੰ ਇਸ ਦਾ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਅਤੇ ਨੈਕਸਟ ਹੈ, ਪਾਠਕ੍ਰਮ ਦੇ ਨਿਰਣੇ ਅਤੇ ਨਿਰਦੇਸ਼ ਸਮੁਦਾਇ ਦੀ ਪਰੰਪਰਾ ਅਤੇ ਦਰਸ਼ਨ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ। ਤਾਂ ਜਿਹੜੇ ਵਿਦਿਆਰਥੀ ਨੇ ਉਹ ਉਹੀ ਸਿੱਖਦੇ ਨੇ ਜੋ ਕਿ ਸਮਾਜ ਦੇ ਵਿੱਚ ਐਡਜਸਟਮੈਂਟ ਕਰਨ ਦੇ ਲਈ ਜਾਂ ਸਮਾਜ ਦੇ ਵਿੱਚ ਰਹਿਣ ਦੇ ਲਈ ਉਹਨਾਂ ਨੂੰ ਜ਼ਰੂਰੀ ਹੁੰਦਾ। ਤਾਂ ਉਸ ਤਰ੍ਹਾਂ ਦਾ ਜਿਹੜਾ ਕਰੀਕੁਲਮ ਹੈ ਉਹ ਉਹਨਾਂ ਦਾ ਤਿਆਰ ਕੀਤਾ ਜਾਂਦਾ ਹੈ। ਇਹ ਵਿਵਸਥਾ ਸਮੁਦਾਇ ਅਤੇ ਅਧਿਆਪਕਾਂ ਦੀ ਤਰਫੋਂ ਰਚਨਾਤਮਕ ਅਤੇ ਨਵੀਨਤਾ ਲਈ ਯੋਗ ਵਾਤਾਵਰਨ ਉਸਾਰਦੀ ਹੈ, ਭਾਵ ਕਿ ਇਸ ਦੇ ਵਿੱਚ ਚੇਂਜਸ ਦਾ ਜਿਹੜਾ ਹੈ ਉਹ ਆਪਾਂ ਲਿਆ ਸਕਦੇ ਹਾਂ ਕਿ ਸਮੇਂ ਦੀ ਜਿਹੜੀ ਮੰਗ ਹੈ, ਸਮੇਂ ਦੀਆਂ ਪਰਿਸਥਿਤੀਆਂ ਦੇ ਅਨੁਸਾਰ ਇਸ ਦੇ ਵਿੱਚ ਜਿਹੜਾ ਫੇਰ ਬਦਲ ਉਹ ਕੀਤਾ ਜਾ ਸਕਦਾ ਹੈ। ਕਿਉਂਕਿ ਇਸ ਵਿੱਚ ਪਾਠਕ੍ਰਮ ਦੀ ਰੂਪਰੇਖਾ ਨਿਰਮਾਣ ਦੀ ਪ੍ਰਕਿਰਿਆ ਸਥਾਨਕ ਲੋਕਾਂ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ, ਤਾਂ ਇਸ ਤਰ੍ਹਾਂ ਇਸ ਨੂੰ ਲਾਗੂ ਕਰਨਾ ਵੀ ਸੌਖਾ ਰਹਿੰਦਾ ਹੈ। ਇਸ ਵਿਵਸਥਾ ਵਿੱਚ ਕਿਸੇ ਵਧੇਰੇ ਪ੍ਰਤੀਯੋਗੀ ਜਲਵਾਯੂ ਵੱਲ ਅਗਵਾਈ ਦਿੰਦੀ ਹੈ ਕਿਉਂ ਜੋ ਪ੍ਰਬੰਧਕ ਵਧੇਰੇ ਖੁਦ ਮੁਖਤਿਆਰੀ ਦੀ ਵਰਤੋਂ ਕਰ ਸਕਦੇ ਨੇ, ਇਸ ਲਈ ਸਮੱਸਿਆ ਪ੍ਰਤੀ ਵਧੇਰੇ ਹੁਸ਼ਿਆਰੀ ਸਹਿਤ ਪ੍ਰਤੀਕਰਮ ਦੇ ਸਕਦੇ ਨੇ। ਪ੍ਰੀਖਿਆ ਦੇ ਮਾਮਲੇ ਵਿੱਚ ਅਸਮਾਨਤਾ ਦੀ ਕਮੀ ਆਉਂਦੀ ਹੈ ਕਿਉਂਕਿ ਵਿਵਸਥਾ ਉਹਨਾਂ ਦਰਜਾਬੰਦੀ ਵਾਲੀ ਪ੍ਰਣਾਲੀ ਵਿੱਚ ਵਧੇਰੇ ਨਿਰੰਤਰ ਅੰਕਲਨ ਦਾ ਪ੍ਰਯੋਗ ਹੈ ਜਿਹੜਾ ਕੀਤਾ ਜਾਂਦਾ, ਜਿਸ ਦੇ ਵਿੱਚ ਮਤਲਬ ਕਿ ਉਹਨਾਂ ਦਾ ਜਿਹੜਾ ਨਿਰੰਤਰ ਰੈਗੂਲੇਸ਼ਨ ਮਤਲਬ ਕਿ ਰੈਗੂਲਰ ਕੀ ਆ ਜਿਹੜਾ ਇਵੈਲੂਏਸ਼ਨ ਹੈ ਉਹ ਕੀਤਾ ਜਾਂਦਾ ਹੈ ਅਤੇ ਸਮੇਂ ਦੇ ਅਨੁਸਾਰ ਉਸ ਤਰ੍ਹਾਂ ਦਾ ਜਿਹੜਾ ਫੇਰ ਬਦਲ ਚੇਂਜ ਹੈ ਉਸ ਸਿਲੇਬਸ ਅਤੇ ਉਸ ਕਰੀਕੁਲਮ ਦੇ ਵਿੱਚ ਕੀਤਾ ਜਾਂਦਾ ਹੈ। ਤਾਂ ਇਸ ਦੀਆਂ ਕੁਛ ਕਹਾਣੀਆਂ ਨੇ। ਕੀ ਹਾਨੀਆਂ ਨੇ ਕਿ ਜਿਹੜਾ ਸਾਡਾ ਨੈਸ਼ਨਲ ਲੈਵਲ 'ਤੇ ਜਿਹੜਾ ਸਾਡਾ ਕਰੀਕੁਲਮ ਤਿਆਰ ਕਰਿਆ ਸਾਨੂੰ ਐਜੂਕੇਸ਼ਨ ਪੋਲਿਸੀ ਦੇ ਅੰਡਰ ਮਿਲਦਾ ਤਾਂ ਉਸ ਦੇ ਵਿੱਚ ਕੀ ਹੈ ਕਿ ਇੱਕ ਸਮਾਨਤਾ ਹੁੰਦੀ ਹੈ, ਸਾਰੇ ਵਿਅਕਤੀ ਸਾਰੇ ਵਿਦਿਆਰਥੀ ਕੀ ਨੇ ਸੇਮ ਮਤਲਬ ਕਿ ਸਿੱਖਦੇ ਨੇ। ਤਾਂ ਉਸ ਤਰ੍ਹਾਂ ਦੀ ਰਾਸ਼ਟਰ ਦੇ ਪ੍ਰਤੀ ਜਾਂ ਰਾਸ਼ਟਰ ਦੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਰਾਸ਼ਟਰ ਦੀਆਂ ਕੀ ਜ਼ਰੂਰਤਾਂ ਨੇ ਉਹ ਉਸ ਪਾਠਕ੍ਰਮ ਦੇ ਵਿੱਚ ਸ਼ਾਮਲ ਹੁੰਦਾ, ਜਦ ਕਿ ਸਥਾਨਕ ਲੋੜਾਂ ਦੀਆਂ ਜਿਹੜੇ ਸਥਾਨਕ ਜਿਹੜਾ ਸਾਡਾ ਪਾਠਕ੍ਰਮ ਉਸ ਦੇ ਵਿੱਚ ਇਹ ਸ਼ਾਮਲ ਨਹੀਂ ਹੁੰਦਾ। ਤਾਂ ਨੈਕਸਟ ਹੈ, ਵਿਦਿਆਰਥੀ ਦਾ ਇੱਕ ਸਕੂਲ ਤੋਂ ਦੂਜੇ ਸਕੂਲ ਵਿੱਚ ਤਬਾਦਲਾ ਕਠਿਨ ਹੁੰਦਾ ਕਿਉਂਕਿ ਇੱਕ ਥਾਂ 'ਤੇ ਉਹ ਜਾ ਕੇ ਹੋਰ ਸਿਲੇਬਸ ਪੜ੍ਹਦਾ ਹੈ ਅਤੇ ਦੂਸਰੇ ਸਕੂਲ ਦਾ ਸਿਲੇਬਸ ਹੈ ਜਿਹੜਾ ਤਾਂ ਜਦੋਂ ਸਥਾਨਕ ਲੈਵਲ 'ਤੇ ਜਿਹੜਾ ਕਰੀਕੁਲਮ ਤਿਆਰ ਕੀਤਾ ਜਾਊਗੀ ਤਾਂ ਅਲੱਗ ਹੋਊਗਾ, ਤਾਂ ਇਸ ਤਰ੍ਹਾਂ ਉਸ ਨੂੰ ਇਸ ਦੇ ਵਿੱਚ ਜਿਹੜੀ ਕਠਿਨਾਈ ਹੈ ਉਹ ਆਊਗੀ। ਸਿੱਖਣ ਅਤੇ ਅਧਿਆਪਕ ਸਮੱਗਰੀ ਦੇ ਉਤਪਾਦਨ ਵਿੱਚ ਵੀ ਕਠਿਨਾਈ ਹੈ ਜਿਹੜੀ ਉਹ ਆਉਂਦੀ ਹੈ। ਕੇਂਦਰ ਦੇ ਮੁਕਾਬਲੇ ਸਮੁਦਾਇ ਕੋਲ ਧਨ ਦੀ ਸਮਰੱਥਾ ਘੱਟ ਹੁੰਦੀ ਹੈ। ਦੇਖੋ ਸਥਾਨਕ ਲੈਵਲ 'ਤੇ ਹਰ ਇੱਕ ਜਿਹੜਾ ਕੋਈ ਇੰਸਟੀਚਿਊਟ ਹੈ ਜਾਂ ਕੋਈ ਮਤਲਬ ਕਿ ਸਥਾਨਕ ਆਪਾਂ ਕਹਿ ਦਿੰਦੇ ਹਾਂ ਵੀ ਸਰਕਾਰਾਂ ਜਿਹਦੇ ਵਿੱਚ ਸਾਡੀਆਂ ਮਤਲਬ ਕਿ ਪੰਚਾਇਤਾਂ ਆ ਜਾਂਦੀਆਂ ਨੇ ਕਿ ਉਸ ਦੇ ਥਰੂ ਜੇ ਆਪਾਂ ਸਿਲੇਬਸ ਬਣਾਉਂਦੇ ਹਾਂ ਤਾਂ ਕਰੀਕੁਲਮ ਬਣਾਉਂਦੇ ਹਾਂ ਤਾਂ ਸਾਡੇ ਕੋਲ ਵਿੱਤੀ ਸਾਧਨਾਂ ਦੀ ਜਿਹੜੀ ਕਮੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਉਸ ਤਰੀਕੇ ਨਾਲ ਲਾਗੂ ਨਹੀਂ ਕਰ ਸਕਦੇ
ਕਿਉਂਕਿ ਹਰ ਕੰਮ ਸਥਾਨਕ ਸਮੁਦਾਇ ਵਿੱਚ ਹੀ ਕੀਤਾ ਜਾਂਦਾ। ਇਸ ਤਰ੍ਹਾਂ ਯੋਗ ਮੁਹਾਰ ਦੀ ਵੀ ਕਾਫੀ ਘਾਟ ਹੁੰਦੀ ਹੈ ਕਿ ਹਰ ਇੱਕ ਜਿਹੜਾ ਬੰਦਾ ਹੈ ਉਹ ਐਕਸਪਰਟ ਨਹੀਂ ਹੋ ਸਕਦਾ। ਤਾਂ ਨੈਕਸਟ ਆਪਾਂ ਕਰਦੇ ਹਾਂ ਸੈਂਟਰਲਾਈਜੇਸ਼ਨ ਅਤੇ ਡੀਸੈਂਟਰਲਾਈਜੇਸ਼ਨ ਸਿਸਟਮ ਦੀ ਜਿਹੜੀ ਆਪਸੀ ਜਿਹੜੀ ਵਿਵਸਥਾ ਹੈ, ਇਹਨਾਂ ਦੇ ਵਿੱਚ ਕੀ ਮਤਲਬ ਕਿ ਅੰਤਰ ਹੈ ਜਿਹੜਾ ਪਾਇਆ ਜਾਂਦਾ। ਤਾਂ ਸਕੂਲਾਂ ਦੀ ਭੂਗੋਲਿਕ ਸਥਿਤੀ ਵੱਲ ਅਤੇ ਅਧਿਆਪਕਾਂ ਦੀ ਸ਼੍ਰੇਣੀ ਗਤੀਵਿਧੀ ਦੇ ਅਮਲ ਵਿੱਚ ਉਹਨਾਂ ਨੂੰ ਮਿਲੀ ਸੁਤੰਤਰਤਾ ਅਤੇ ਤੱਥ ਵੱਲ ਵੇਖਦਿਆਂ ਇਹ ਵਿਵਸਥਾ ਕਿਸੇ ਕੇਂਦਰੀਕਤ ਵਿਵਸਥਾ ਨਾਲੋਂ ਵੱਧ ਕਿਸੇ ਵਿਕੇਂਦਰੀਕਤ ਵਿਵਸਥਾ ਵੱਲ ਪ੍ਰਤੀਤ ਹੁੰਦੀ ਹੈ। ਹਾਲਾਂਕਿ ਜ਼ਿਆਦਾਤਰ ਵਿਕਾਸਸ਼ੀਲ ਜਿਹੜੇ ਦੇਸ਼ ਨੇ ਸਿੱਖਿਆ ਪ੍ਰਣਾਲੀ ਕਿਸੇ ਅਨੁਕਰਮਿਕ ਢਾਂਚੇ ਦੀ ਧਾਰਨੀ ਹੁੰਦੀ ਹੈ, ਜਿੱਥੇ ਸਿੱਖਿਆ ਦੇ ਖੇਤਰ ਸੰਬੰਧੀ ਸਭ ਤੋਂ ਵੱਧ ਅਹਿਮ ਫੈਸਲੇ ਲੈਣ ਵਿੱਚ ਕੇਂਦਰ ਸਰਕਾਰ ਦੇ ਮੰਤਰਾਲਿਆਂ ਦੀ ਪ੍ਰਧਾਨਤਾ ਹੈ ਜਿਹੜੀ ਉਹ ਹੁੰਦੀ ਹੈ। ਤਾਂ ਇਹਦੇ ਵਿੱਚ ਕੀ ਹੈ ਕਿ ਹਾਂ ਠੀਕ ਹੈ ਕਿ ਸਾਡਾ ਜਿਹੜਾ ਸਥਾਨਕ ਲੈਵਲ 'ਤੇ ਜਿਹੜਾ ਕਰਿਕੂਲਮ ਤਿਆਰ ਕੀਤਾ ਜਾਂਦਾ ਹੈ ਉਹ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਜਾਂ ਸਾਡੀ ਸੁਸਾਇਟੀ ਦੀਆਂ ਜਿਹੜੀਆਂ ਨੀਡਸ ਨੇ ਕਿ ਸਮਾਜ ਦੇ ਵਿੱਚ ਅਸੀਂ ਕਿਸ ਤਰ੍ਹਾਂ ਐਡਜਸਟਮੈਂਟ ਕਰਨੀ ਹੈ ਉਹਨਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ। ਪਰ ਨਹੀਂ, ਜਿਹੜਾ ਸਾਡਾ ਸੈਂਟਰਲਾਈਜੇਸ਼ਨ ਸਿਸਟਮ ਹੈ, ਜਿਹੜੀ ਸਾਡੀ ਐਜੂਕੇਸ਼ਨ ਪੋਲਿਸੀ ਹੈ, ਉਸ ਦੇ ਅੰਡਰ ਜਿਹੜਾ ਕਰਿਕੂਲਮ ਆਉਂਦਾ ਹੈ ਤਾਂ ਉਸ ਦੇ ਆਧਾਰ 'ਤੇ ਹੀ ਅਸੀਂ ਸਾਡੇ ਰਾਸ਼ਟਰੀ ਟੀਚਿਆਂ ਦੀ ਅਤੇ ਸਾਡੇ ਰਾਸ਼ਟਰੀ ਉਦੇਸ਼ਾਂ ਦੀ ਜਿਹੜੀ ਪ੍ਰਾਪਤੀ ਹੈ ਉਹ ਕਰ ਸਕਦੇ ਹਾਂ। ਤਾਂ ਇਸ ਕਾਰਨ ਪਾਠਕ੍ਰਮ ਦਾ ਕੇਂਦਰੀਕਰਨ ਰਾਸ਼ਟਰੀ ਏਕਤਾ ਦੇ ਜਵਾਬ ਵਜੋਂ ਹੈ, ਜਦਕਿ ਇਸ ਦਾ ਵਿਕੇਂਦਰੀਕਰਨ ਅਨੇਕਤਾ ਦੀ ਮੰਗ ਦੇ ਜਵਾਬ ਵਜੋਂ ਉਤਰਦਾ ਹੈ। ਇਸ ਲਈ ਨਿਰਣਾਕਾਰੀ ਦੇ ਰਾਸ਼ਟਰੀ, ਖੇਤਰੀ, ਸਥਾਨਕ ਕੇਂਦਰਾਂ ਦੇ ਵਿਚਾਲੇ ਸਹਿਯੋਗ ਦੀ ਕਿਸੇ ਚੰਗੇਰੀ ਵਿਵਸਥਾ ਨੂੰ ਸਥਾਪਿਤ ਕਰਨਾ ਬਿਹਤਰ ਹੋਵੇਗਾ। ਉਹ ਤਾਂ ਹੀ ਹੋਵੇਗਾ ਜੇਕਰ ਇਸ ਦੇ ਵਿੱਚ ਸੈਂਟਰਲਾਈਜੇਸ਼ਨ ਜਿਹੜਾ ਸਿਸਟਮ ਹੈ ਉਹ ਹੋਊਗਾ। ਤਾਂ ਇਸ ਦੇ ਜੇ ਆਪਾਂ ਡਿਸੈਂਟਰਲਾਈਜੇਸ਼ਨ ਸਿਸਟਮ 'ਤੇ ਐਜੂਕੇਸ਼ਨ ਨੇ ਜਿਹੜੀ ਉਹ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀ ਅਸਮਾਨਤਾ ਜਿਹੜੀ ਉਹ ਵੇਖਣ ਨੂੰ ਮਿਲਦੀ ਹੈ। ਥੈਂਕ ਯੂ।